ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਗੁਰੂ ਕੀਆਂ ਸੰਗਤਾਂ ਨੂੰ, ਗੁਰੂ ਕੇ ਪੰਥ ਨੂੰ ਬੰਦੀ ਛੋੜ ਦਿਵਸ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ। ਦੀਵਾਲੀ ਵਾਲੇ ਦਿਨ ਸਾਰਾ ਗੁਰੂ ਕਾ ਖਾਲਸਾ ਪੰਥ ਬੰਦੀ ਛੋੜ ਦਿਵਸ ਮਨਾਉਂਦਾ ਹੈ। ਦੀਵਾਲੀ ਤਾਂ ਇਸ ਦੇਸ਼ ਦੇ ਵਿੱਚ ਸਦੀਆਂ ਤੋਂ ਲੈ ਕੇ ਮਨਾਈ ਜਾਂਦੀ ਹੈ ਔਰ ਸਨਾਤਨ ਮੱਤ ਦੇ ਵਿੱਚ ਦੀਵਾਲੀ ਲక్ష్ਮੀ ਦੇਵੀ ਦੀ ਪੂਜਾ ਦਾ ਦਿਨ ਮੰਨਿਆ ਜਾਂਦਾ ਹੈ। ਹਿੰਦੂ ਮੱਤ ਦੇ ਵਿੱਚ ਦੀਵਾਲੀ ਵਾਲਾ ਦਿਨ, ਦੀਵਾਲੀ ਦੀ ਰਾਤ, ਇਹ ਲక్ష్ਮੀ ਦੇਵੀ ਦੀ ਪੂਜਾ ਦਾ ਦਿਨ ਮੰਨਿਆ ਜਾਂਦਾ ਹੈ। ਅਨੇਕਾਂ ਦੇਵੀਆਂ ਦੇ ਵਿੱਚੋਂ ਇੱਕ ਦੇਵੀ ਦਾ ਨਾਮ ਹੈ ਲక్ష్ਮੀ ਦੇਵੀ। ਉਹਦੀ ਪੂਜਾ ਕਰਦੇ ਹਨ ਹਿੰਦੂ ਵੀਰ। ਔਰ ਇਸੇ ਤਰ੍ਹਾਂ ਸਨਾਤਨ ਮੱਤ ਦੇ ਵਿੱਚ ਇਹ ਗੱਲ ਵੀ ਮੰਨੀ ਜਾਂਦੀ ਹੈ ਕਿ 14 ਸਾਲਾਂ ਦਾ ਬਨਵਾਸ ਕੱਟ ਕੇ ਸ੍ਰੀ ਰਾਮ ਚੰਦਰ ਜੀ ਅਯੁੱਧਿਆਪੁਰੀ ਵਿੱਚ ਦੀਵਾਲੀ ਵਾਲੇ ਦਿਨ ਪਹੁੰਚੇ ਸਨ ਅਤੇ ਉਸ ਰਾਤ ਦੀਵੇ ਬਾਲ ਕੇ ਅਯੁੱਧਿਆਪੁਰੀ ਵਾਸੀਆਂ ਨੇ ਇਹ ਖੁਸ਼ੀ ਮਨਾਈ ਸੀ, ਦੀਵਾਲੀ ਮਨਾਈ ਗਈ ਸੀ। ਦੀਵਾਲੀ ਦੇ ਜੇ ਅੱਖਰੀ ਅਰਥ ਕਰੀਏ ਤੇ ਅਰਥ ਬਣਦਾ ਹੈ ਦੀਵਿਆਂ ਦੀ ਆਵਲੀ, ਦੀਵਿਆਂ ਦੀ ਪੰਗਤੀ, ਦੀਵਿਆਂ ਦੀ ਕਤਾਰ। ਦੀਵਾਲੀ ਦੀਵਿਆਂ ਆਲੀ, ਹਿੰਦੀ 'ਚ ਕਹਿੰਦੇ ਦੀਪ ਮਾਲਕਾ, ਦੀਵਿਆਂ ਦੀ ਮਾਲਾ ਵੀ ਲੈਣਾ ਲਾ ਕੇ ਜਿਵੇਂ ਮਾਲਾ ਹੁੰਦੀ ਇਸ ਤਰ੍ਹਾਂ ਦੀਵੇ ਬਾਲੇ ਜਾਂਦੇ। ਅਤੇ ਦੀਵੇ ਦੇ ਜੇ ਜ਼ਿਕਰ ਕਰੀਏ ਤਾਂ ਦੀਵਾ ਖੁਸ਼ੀ ਦਾ ਪ੍ਰਤੀਕ ਮੰਨਿਆ ਜਾਂਦਾ। ਦੀਵਾ ਜਗਣਾ ਜੀਵਨ ਦਾ, ਜ਼ਿੰਦਗੀ ਦਾ ਪ੍ਰਤੀਕ ਮੰਨਿਆ ਜਾਂਦਾ। ਦੀਵੇ ਦਾ ਬੁਝ ਜਾਣਾ ਮੌਤ ਦਾ ਪ੍ਰਤੀਕ ਮੰਨਿਆ ਜਾਂਦਾ। ਜਾਂ ਚਾਨਣਾ ਜ਼ਿੰਦਗੀ ਦਾ ਅਤੇ ਖੁਸ਼ੀ ਦਾ ਪ੍ਰਤੀਕ ਮੰਨਿਆ ਜਾਂਦਾ ਅਤੇ ਹਨੇਰਾ ਇਹ ਗਮ ਦਾ ਅਤੇ ਮੌਤ ਦਾ ਪ੍ਰਤੀਕ ਮੰਨਿਆ ਜਾਂਦਾ। ਦੀਵੇ ਨੂੰ ਚਿਰਾਗ ਵੀ ਕਿਹਾ ਜਾਂਦਾ। ਦੀਵੇ ਦਾ ਨਾਮ ਚਿਰਾਗ ਵੀ ਹੈ। ਅਤੇ ਇਹ ਗੱਲ ਵੀ ਕਹੀ ਜਾਂਦੀ ਆ ਵੀ ਦੀਵਾ ਬਾਲਣਾ, ਜਿਵੇਂ ਸ਼ਾਮ ਹੋਣੀ ਅਤੇ ਦੀਵੇ ਬਾਲੇ ਜਾਂਦੇ ਸਨ ਜਦੋਂ ਲਾਈਟ ਨਹੀਂ ਸੀ ਆਈ, ਹਾਲੇ ਇਹ ਬਿਜਲੀ ਨਹੀਂ ਸੀ ਆਈ ਹੋਂਦ ਵਿੱਚ, ਤਾਂ ਸ਼ਾਮ ਵੇਲੇ ਰਾਤ ਮੌਕੇ 'ਤੇ ਦੀਵੇ ਹੀ ਬਾਲੇ ਜਾਂਦੇ ਸਨ। ਚਾਨਣਾ ਹੋਣਾ, ਜਿਸ ਘਰ ਵਿੱਚ ਦੀਵਾ ਬਲਦਾ ਹੈ ਕਹਿੰਦੇ ਇੱਥੇ ਕੋਈ ਜਿਉਂਦਾ ਹੈ, ਇੱਥੇ ਕੋਈ ਪਰਿਵਾਰ ਵੱਸਦਾ ਹੈ। ਜਿਸ ਘਰ ਵਿੱਚ ਦੀਵਾ ਨਹੀਂ ਸੀ ਬਲਦਾ ਕਹਿੰਦੇ ਸੀ ਇੱਥੇ ਕੋਈ ਨਹੀਂ ਹੈ। ਕਿਸੇ ਘਰੇ ਪੁੱਤਰ ਹੋ ਜਾਣਾ, ਸੰਤਾਨ ਹੋ ਜਾਣੀ, ਕਹਿੰਦੇ ਘਰ ਦਾ ਦੀਵਾ ਬਲ ਪਿਆ ਹੈ, ਚਿਰਾਗ ਬਲ ਪਿਆ ਹੈ। ਕਿਸੇ ਦਾ ਪੁੱਤਰ ਚੜ੍ਹਾਈ ਕਰ ਜਾਣਾ, ਮੌਤ ਹੋ ਜਾਣੀ, ਕਹਿੰਦੇ ਸੀ ਇਸ ਘਰ ਦਾ ਦੀਵਾ ਗੁੱਲ ਹੋ ਗਿਆ ਹੈ, ਇਸ ਘਰ ਦਾ ਚਿਰਾਗ ਬੁਝ ਗਿਆ ਹੈ। ਜਿਵੇਂ ਗੁਰਬਾਣੀ 'ਚ ਪੰਕਤੀ ਆਉਂਦੀ ਹੈ ਰਾਵਣ ਦੇ ਸੰਬੰਧ ਵਿੱਚ, 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਕਰ ਦੀਆ ਨਾ ਬਾਤੀ। ਤੋ ਕਹਿਣ ਤੋਂ ਭਾਵ ਇਹ ਕਿ ਦੀਵਾ ਬਲਣਾ, ਚਾਨਣਾ ਹੋਣਾ ਇਹ ਖੁਸ਼ੀ ਦਾ ਪ੍ਰਤੀਕ ਹੈ। ਅਤੇ ਦੀਵਾਲੀ ਹਿੰਦੂ ਧਰਮ ਦੇ ਵਿੱਚ ਦੇਵੀ ਲక్ష్ਮੀ ਦੀ ਪੂਜਾ ਦਾ ਦਿਨ ਹੈ। ਅਤੇ ਸਿੱਖ ਮੱਤ ਦੇ ਵਿੱਚ ਸਤਿਗੁਰੂ ਜੀ ਨੇ ਸ਼ਬਦ ਦਾ ਦੀਵਾ ਬਾਲਣ ਦਾ ਉਪਦੇਸ਼ ਦਿੱਤਾ ਹੈ। ਇਹ ਬਾਹਰੀ ਦੀਵੇ ਬਾਲਣ ਤੋਂ ਵੀ ਮਨ੍ਹਾ ਕੋਈ ਨਹੀਂ ਕੀਤਾ, ਮਨਾਹੀ ਨਹੀਂ ਹੈ। ਔਰ ਇਹ ਸੰਬੰਧ ਹੈ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਵਿੱਤਰ ਇਤਿਹਾਸ ਦੇ ਨਾਲ ਦੀਵਾਲੀ ਦਾ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਹਾਂਗੀਰ ਬਾਦਸ਼ਾਹ ਦੇ ਦੀਵਾਨ ਚੰਦੂ, ਉਹਦੀ ਖੁਟਿਆਈ ਕਰਕੇ, ਉਹਦੀ ਕੁਟਲਨੀਤੀ ਕਰਕੇ ਉਸ ਨੇ ਜੋਤਸ਼ੀਆਂ ਨੂੰ, ਨਜੂਮੀਆਂ ਨੂੰ ਪ੍ਰੇਰਿਆ
ਤੇ ਜਹਾਂਗੀਰ ਬਾਦਸ਼ਾਹ ਨੂੰ ਆਖਿਆ ਕਿ ਤੇਰੇ ਉੱਤੇ ਸਾੜ ਸਤੀ ਚੱਲ ਰਹੀ ਹੈ, ਵੀ ਤੇਰੇ ਉੱਤੇ ਸ਼ਨੀ ਦਾ ਬਹੁਤ ਮਾੜਾ ਪ੍ਰਭਾਵ ਜਿਹੜਾ ਉਹ ਚੱਲ ਰਿਹਾ ਹੈ। 7.5 ਵਰ੍ਹੇ ਕਹਿੰਦੇ ਵੀ ਇਹ ਸਾੜ ਸਤੀ ਚੱਲਦੀ ਹੈ। 7.5 ਵਰ੍ਹੇ ਦਾ ਇਹ ਗ੍ਰਹਿ ਮੰਨਿਆ ਜਾਂਦਾ ਸਾੜ ਸਤੀ। ਨਜੂਮੀ ਨੇ ਜਦੋਂ ਜਹਾਂਗੀਰ ਬਾਦਸ਼ਾਹ ਨੂੰ ਆਖਿਆ, ਜਹਾਂਗੀਰ ਬਾਦਸ਼ਾਹ ਬੜਾ ਡਰਿਆ। ਉਹਨੇ ਪੁੱਛਿਆ ਨਜੂਮੀ ਦੇ ਪਾਸੋਂ ਵੀ ਇਹਦਾ ਉਪਾਅ ਕੀ ਹੈ। ਤੇ ਜਿਵੇਂ ਚੰਦੂ ਦੀਵਾਨ ਨੇ ਸਿਖਾਇਆ ਸੀ ਉਸ ਨੂੰ ਵੀ ਤੂੰ ਆਖੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਇਕਾਂਤ ਥਾਂ 'ਤੇ ਜਾ ਕਰਕੇ ਜਾਪ ਕਰਨ 40 ਦਿਨ, ਫਿਰ ਸਾੜ ਸਤੀ ਟਲ ਸਕਦੀ ਹੈ। ਉਸੇ ਤਰ੍ਹਾਂ ਨਜੂਮੀ ਨੇ ਆਖਿਆ। ਬਾਕੀ ਦੀ ਗੱਲ ਚੰਦੂ ਨੇ ਕੀਤੀ ਕਿ ਬਾਦਸ਼ਾਹ ਇਕਾਂਤ ਤਾਂ ਹੈ ਗਵਾਲੀਅਰ, ਉੱਥੇ ਜਾ ਕਰਕੇ ਜਾਪ ਕੀਤਾ ਜਾਵੇ। ਜਹਾਂਗੀਰ ਬਾਦਸ਼ਾਹ ਨੇ ਆਪਣੇ ਵਜ਼ੀਰ ਕਿੰਚ ਬੇਗ ਨੂੰ ਅਤੇ ਵਜ਼ੀਰ ਖਾਂ ਨੂੰ ਭੇਜਿਆ ਸ੍ਰੀ ਅੰਮ੍ਰਿਤਸਰ ਸਾਹਿਬ। ਸਤਿਗੁਰਾਂ ਨੂੰ ਬੇਨਤੀ ਕਰਕੇ ਦਿੱਲੀ ਆਉਣ ਵਾਸਤੇ ਆਖਿਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੀ ਫੌਜ ਸਮੇਤ ਦਿੱਲੀ ਪਹੁੰਚੇ। ਕਾਰਨ ਇਹ ਸੀ ਕਿ ਚੰਦੂ ਦੀਵਾਨ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਡਰਦਾ ਸੀ ਕਿ ਮੈਂ ਪੰਚਮ ਪਾਤਸ਼ਾਹੀ ਨੂੰ ਸ਼ਹੀਦ ਕੀਤਾ ਹੈ। ਜਹਾਂਗੀਰ ਬਾਦਸ਼ਾਹ ਦੀ ਵੀ ਸਹਿ ਨਾਲ ਹੀ ਸੀ ਵੀ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੌਜਾਂ ਰੱਖੀਆਂ ਅਤੇ ਉਹ ਮੇਰੇ ਤੋਂ ਬਦਲਾ ਲੈਣਗੇ। ਗੁਰੂ ਘਰ ਦੇ ਵਿੱਚ ਬਦਲੇ ਦੀ ਭਾਵਨਾ ਨਹੀਂ ਹੁੰਦੀ, ਪਰ ਮਹਾਰਾਜ ਸਾਹਿਬ ਜੀ ਨੇ ਵਚਨ ਕੀਤਾ ਸੀ ਵੀ ਜ਼ਾਲਮ ਨੂੰ ਉਹਦੀ ਕੀਤੀ ਦਾ ਫਲ ਭੁਗਤਾਇਆ ਜਾਵੇਗਾ, ਚੰਦੂ ਦੇ ਨੱਕ ਵਿੱਚ ਨਕੇਲ ਪਾਈ ਜਾਵੇਗੀ। ਇਸੇ ਕਰਕੇ ਚੰਦੂ ਪਾਪੀ ਡਰਦਾ ਸੀ। ਜਹਾਂਗੀਰ ਬਾਦਸ਼ਾਹ ਨੂੰ ਜਿਵੇਂ ਪ੍ਰੇਰਨਾ ਦਿੱਤੀ, ਜਹਾਂਗੀਰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਆਖਿਆ ਵੀ ਸਤਿਗੁਰੂ ਮੇਰੇ ਉੱਤੇ ਸਾੜ ਸਤੀ ਚੱਲ ਰਹੀ ਹੈ। ਮੈਨੂੰ ਨਜੂਮੀ ਨੇ ਦੱਸਿਆ ਹੈ ਕਿ ਆਪ ਜੀ 40 ਦਿਨਾਂ ਵਾਸਤੇ ਮੇਰੇ ਭਲੇ ਵਾਸਤੇ ਗਵਾਲੀਅਰ ਦੇ ਕਿਲ੍ਹੇ ਵਿੱਚ ਇਕਾਂਤ ਬੈਠ ਕੇ ਜਾਪ ਕਰ ਦਿਓ ਅਤੇ ਮੇਰੀ ਸਾੜ ਸਤੀ ਟਲ ਜਾਵੇਗੀ। ਗੁਰੂ ਸਾਹਿਬ ਜੀ ਨੇ ਆਖਿਆ ਵੀ ਹੁਣ ਕਿੰਨੇ ਮਰਜ਼ੀ ਕੋਈ ਯਤਨ ਕਰ ਲਵੇ, ਜਿਹੜੇ 'ਤੇ ਸਾੜ ਸਤੀ ਆਈ ਹੈ ਉਹ ਟਲ ਨਹੀਂ ਸਕਦੀ। ਇਸ਼ਾਰਾ ਸੀ ਚੰਦੂ ਦੀਵਾਨ ਵੱਲੇ। ਮਹਾਰਾਜ ਸਾਹਿਬ ਜੀ ਦਿੱਲੀ ਤੋਂ ਆਗਰੇ ਗਏ। ਜਹਾਂਗੀਰ ਬਾਦਸ਼ਾਹ ਦੇ ਬੇਨਤੀ ਕਰਨ ਤੋਂ ਬਾਕੀ ਸਾਰੀ ਫੌਜ ਆਗਰੇ ਛੱਡ ਕੇ ਸਿੱਖਾਂ ਨੂੰ ਸਮਝਾ ਕੇ ਕਿ ਅਸੀਂ 40 ਦਿਨ ਗਵਾਲੀਅਰ ਜਾ ਆਈਏ, ਅਤੇ 5 ਸਿੱਖਾਂ ਨੂੰ ਨਾਲ ਲੈ ਕੇ, ਜਿਹਦੇ ਵਿੱਚ ਬਾਬਾ ਬਿਧੀ ਚੰਦ ਸਾਹਿਬ ਜੀ, ਬਾਬਾ ਜੇਠਾ ਜੀ, 3 ਸਿੱਖ ਹੋਰ ਸਨ, ਅਤੇ ਗਵਾਲੀਅਰ ਕਿਲ੍ਹੇ ਮਹਾਰਾਜ ਪਹੁੰਚਦੇ ਆ। ਗਵਾਲੀਅਰ ਕਿਲ੍ਹੇ ਦਾ ਜਿਹੜਾ ਮੁੱਖ ਪ੍ਰਬੰਧਕ ਸੀ, ਕਿਲ੍ਹੇ ਦਾ ਇੰਚਾਰਜ ਸੀ, ਉਹ ਸੀ ਹਰਦਾਸ ਦਰੋਗਾ। ਅਤੇ ਹਰਦਾਸ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਚੇਤੇ ਕਰਦਾ ਰਹਿੰਦਾ ਸੀ। ਉਹਦੀ ਭਾਵਨਾ ਸੀ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਾਂ, ਪਰ ਉਹ ਮਜਬੂਰੀਆਂ ਕਾਰਨ, ਉੱਥੋਂ ਦੇ ਪ੍ਰਬੰਧ ਕਾਰਨ ਆ ਨਹੀਂ ਸੀ ਸਕਦਾ। ਉਹ ਸਤਿਗੁਰੂ ਨੂੰ ਯਾਦ ਕਰਦਾ ਸੀ। ਜਦੋਂ ਮਹਾਰਾਜ ਉੱਥੇ ਪਹੁੰਚੇ, ਉਹਦੇ ਵੀ ਖੁਸ਼ੀ ਦੀ ਹੱਦ ਨਾ ਰਹੀ, ਕਿਉਂਕਿ ਉਹਦੀ ਭਾਵਨਾ ਪੂਰੀ ਹੋਈ, ਗੁਰੂ ਸਾਹਿਬ ਜੀ ਦੇ ਉਸ ਨੂੰ ਦਰਸ਼ਨ ਪ੍ਰਾਪਤ ਹੋਏ। ਜਹਾਂਗੀਰ ਬਾਦਸ਼ਾਹ ਵੱਲੋਂ ਆਗਿਆ ਗਈ ਸੀ ਹਰਦਾਸ ਦਰੋਗੇ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖੁੱਲ੍ਹੀਆਂ ਰਸਤਾਂ ਦਿੱਤੀਆਂ ਜਾਣ, ਉਹਨਾਂ ਨੂੰ ਬੜੇ ਸਤਿਕਾਰ ਨਾਲ ਇੱਥੇ ਰੱਖਿਆ ਜਾਵੇ। ਮਹਾਰਾਜ ਸਾਹਿਬ ਜੀ ਵਾਸਤੇ ਸਤਿਕਾਰ ਦੇ ਨਾਲ ਉੱਥੇ ਆਸਣ ਲਾਇਆ ਗਿਆ। ਗੁਰੂ ਸਾਹਿਬ ਜੀ ਬੈਠੇ, ਖੁੱਲ੍ਹੀਆਂ ਰਸਤਾਂ ਦਿੱਤੀਆਂ ਗਈਆਂ। ਹਰਦਾਸ ਦਰੋਗੇ ਨੇ ਆਖਿਆ, ਮਹਾਰਾਜ ਜੋ ਕੋਈ ਚਾਹੀਦਾ ਹੋਇਆ ਆਪ ਜੀ ਆਗਿਆ ਕਰਿਓ। ਸਤਿਗੁਰਾਂ ਨੇ ਸਿੱਖਾਂ ਨੂੰ ਕਿਹਾ ਵੀ ਸਿੱਖੋ, ਜੋ ਜਹਾਂਗੀਰ ਬਾਦਸ਼ਾਹ ਵੱਲੋਂ ਰਸਤ-ਬਸਤ ਮਿਲਦੀ ਉਹਦਾ ਲੰਗਰ ਤਿਆਰ ਕਰਕੇ ਕੈਦੀਆਂ ਵਿੱਚ ਵਰਤਾਇਆ ਜਾਵੇ। ਉੱਥੇ ਸ਼ਾਹੀ ਕੈਦੀ ਰੱਖੇ ਜਾਂਦੇ ਸਨ। ਇਹ ਜਿਹੜਾ ਗਵਾਲੀਅਰ ਦਾ ਕਿਲ੍ਹਾ ਹੈ 300 ਫੁੱਟ ਦੀ ਉੱਚੀ ਪਹਾੜੀ ਉੱਤੇ ਹੈ, 2800 ਫੁੱਟ 'ਤੇ ਇਹਦੀ ਚੌੜਾਈ ਹੀ ਹੈ, ਔਰ 1.5-2 ਮੀਲ ਇਹਦੀ ਲੰਬਾਈ ਬਣ ਜਾਂਦੀ ਹੈ, ਅਤੇ ਇਸੇ ਤਰ੍ਹਾਂ 30-30 ਫੁੱਟ ਉੱਚੀਆਂ ਇਹਦੀਆਂ ਕੰਧਾਂ ਹਨ। ਗੁਰੂ ਸਾਹਿਬ ਨੇ ਆਖਿਆ ਵੀ ਅਸੀਂ ਇਹਦੀ ਰਸਤ ਦਾ ਲੰਗਰ ਨਹੀਂ ਛਕਾਂਗੇ। ਸਿੱਖਾਂ ਨੇ ਆਖਿਆ, ਮਹਾਰਾਜ ਆਪ ਜੀ ਕਿਵੇਂ ਛਕੋਗੇ? ਗਰੀਬ ਨਵਾਜ ਨੇ ਆਖਿਆ, ਤੁਸੀਂ ਜਾਓ ਥੱਲੇ ਬਾਜ਼ਾਰ ਦੇ ਵਿੱਚ ਮਿਹਨਤ ਕਰਕੇ, ਜੋ ਮਿਹਨਤ ਦਾ ਤੁਹਾਨੂੰ ਪੈਸਾ ਮਿਲੇ ਉਹਦੀ ਰਸਤ-ਬਸਤ ਖਰੀਦ ਕੇ ਲਿਆਓ। ਫਿਰ 2 ਸਿੱਖ ਰੋਜ਼ ਜਾਂਦੇ ਰਹੇ, ਲੁਹਾਰਾਂ ਦੀਆਂ ਦੁਕਾਨਾਂ 'ਤੇ ਜਾ ਕੇ ਹਥੌੜੇ ਚਲਾਉਣੇ, ਅਤੇ ਜੋ ਮਜ਼ਦੂਰੀ ਮਿਲਣੀ ਉਹਦਾ ਆਟਾ, ਦੁੱਧ, ਸਬਜ਼ੀ ਭਾਜੀ ਲੈ ਕੇ ਆਉਣੀ, ਰਸਤ-ਬਸਤ ਲੈ ਕੇ ਆਉਣੀ, ਉਹਦਾ ਆ ਕੇ ਲੰਗਰ ਤਿਆਰ ਕਰਨਾ।
ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ। ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਪ੍ਰਸ਼ਾਦਾ ਛਕਣਾ, ਸਿੱਖਾਂ ਨੇ ਛਕਣਾ। ਰੋਜ਼ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਣੀ ਕਿਲ੍ਹੇ ਦੇ ਵਿੱਚ। ਔਰ ਉੱਥੇ ਰਾਜੇ ਕੈਦ ਕੀਤੇ ਹੋਏ ਸਨ, 52 ਰਾਜੇ, ਵੱਖ ਵੱਖ 52 ਰਿਆਸਤਾਂ ਦੇ ਰਾਜੇ। ਉਹਨਾਂ ਨੂੰ ਉਮਰ ਕੀ ਕੈਦ ਹੋਈ ਸੀ ਔਰ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਵੀ ਸਾਰੀ ਉਮਰ ਭੋਗ ਕੇ ਇੱਥੇ ਹੀ ਉਹਨਾਂ ਦੇ ਪ੍ਰਾਣ ਸਮਾਪਤ ਹੋਣਗੇ। ਬੜੀ ਦੁਰਦਸ਼ਾ ਸੀ ਉਹਨਾਂ ਦੀ। ਪਰ ਜਿਸ ਦਿਨ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਕਿਲ੍ਹੇ ਵਿੱਚ ਗਏ, ਉਹਨਾਂ ਨੂੰ ਰਜਵਾਂ ਪ੍ਰਸ਼ਾਦਾ ਰੋਜ਼ ਦਾ ਮਿਲਣ ਲੱਗਾ ਔਰ ਉਹਨਾਂ ਨੂੰ ਰੋਜ਼ ਕੜਾਹ ਪ੍ਰਸ਼ਾਦ ਦੀ ਦੇਗ ਮਿਲਣ ਲੱਗੀ। ਗੁਰੂ ਕੇ ਦਰਸ਼ਨ ਹੋਣ ਲੱਗੇ ਅਤੇ ਕਿਲ੍ਹੇ ਦੇ ਵਿੱਚ ਖੁਸ਼ੀਆਂ ਵਰਤ ਗਈਆਂ। ਕਿਉਂਕਿ ਜਿੱਥੇ ਗੁਰੂ ਕੇ ਚਰਨ ਪੈ ਜਾਣ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਹਰ ਰੋਜ਼ ਹਰਦਾਸ ਦਰੋਗਾ ਵੀ ਦਰਸ਼ਨ ਕਰਦਾ। ਉਹਦੀਆਂ ਭਾਵਨਾਵਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੂਰੀਆਂ ਕੀਤੀਆਂ ਔਰ ਉਹ 52 ਰਾਜੇ ਵੀ ਉਮਰ ਕੈਦੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ। ਜਾਂ 40 ਦਿਨ ਪੂਰੇ ਹੋਏ। ਇਹਨਾਂ ਦਿਨਾਂ ਦੇ ਵਿੱਚ ਹੀ ਧੰਨ ਮਾਤਾ ਗੰਗਾ ਜੀ ਦੀ ਆਗਿਆ ਦੇ ਨਾਲ ਅੰਮ੍ਰਿਤਸਰ ਸਾਹਿਬ ਤੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਤਿੰਨਾਂ ਦੇ ਉਦਮ ਉਪਰਾਲੇ ਦੇ ਨਾਲ ਸੰਗਤ ਦਾ ਵੱਡਾ ਭਾਰੀ ਜਥਾ ਇਸ ਰੋਸ ਦੇ ਵਜੋਂ, ਜਦੋਂ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਹਾਂਗੀਰ ਬਾਦਸ਼ਾਹ ਨੇ ਗਵਾਲੀਅਰ ਦੇ ਕਿਲ੍ਹੇ ਭੇਜਿਆ, ਸੰਗਤਾਂ ਖਿਆਲ ਕਰਨ ਲੱਗੀਆਂ। ਮਾਤਾ ਜੀ ਸੋਚਣ ਲੱਗੇ ਵੀ ਗੁਰੂ ਸਾਹਿਬਾਂ ਨੂੰ ਕਿਉਂ ਗਵਾਲੀਅਰ ਦੇ ਕਿਲ੍ਹੇ ਭੇਜਿਆ ਹੈ? ਕੀ ਬਾਦਸ਼ਾਹ ਗੁਰੂ ਸਾਹਿਬਾਂ ਨੂੰ ਉੱਥੇ ਕੈਦ ਕਰਨਾ ਚਾਹੁੰਦਾ ਹੈ? ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਵੀ ਤੁਸੀਂ ਕੋਈ ਯਤਨ ਕਰੋ, ਗੁਰੂ ਸਾਹਿਬ ਜੀ ਨੂੰ ਕਿਲ੍ਹੇ ਤੋਂ ਬਾਹਰ ਲੈ ਕੇ ਆਓ। ਬਾਬਾ ਬੁੱਢਾ ਸਾਹਿਬ ਜੀ ਨੇ ਸਿੱਖ ਸੰਗਤਾਂ ਨੂੰ ਨਾਲ ਲਿਆ। ਅੰਮ੍ਰਿਤਸਰ ਸਾਹਿਬ ਤੋਂ ਸ਼ਬਦ ਚੌਂਕੀ ਦੇ ਰੂਪ ਦੇ ਵਿੱਚ ਵੱਡਾ ਜਥਾ ਤੁਰਿਆ। ਮਸਾਲਾਂ ਬਾਲੀਆਂ, ਦਿਨੇ ਰਾਤ ਤੁਰਿਆ ਜਥਾ। ਰਾਤ ਨੂੰ ਤਾਂ ਚਾਨਣ ਕਰਨ ਵਾਸਤੇ ਮਸਾਲਾਂ ਬਾਲੀਆਂ ਜਾਂਦੀਆਂ ਸੀ, ਦਿਨ ਵਿੱਚ ਵੀ ਮਸਾਲਾਂ ਬਾਲ ਕੇ ਸੰਗਤਾਂ ਤੁਰ ਰਹੀਆਂ ਰਾਹ ਦੇ ਉੱਤੇ। ਪੁੱਛਣ ਵਾਲੇ ਪੁੱਛਦੇ ਆ, ਦਿਨੇ ਕਿਉਂ ਮਸਾਲਾਂ ਬਾਲ ਕੇ ਤੁਰਿਆ ਜਾ ਰਿਹਾ ਹੈ? ਬਾਬਾ ਬੁੱਢਾ ਸਾਹਿਬ ਜੀ ਦੱਸਦੇ ਆ, ਕਹਿੰਦੇ ਵੀ ਜਹਾਂਗੀਰ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਭੇਜ ਦਿੱਤਾ। ਜਹਾਂਗੀਰ ਬਾਦਸ਼ਾਹ ਦੇ ਰਾਜ ਦੇ ਵਿੱਚ ਹਨੇਰਗਰਦੀ ਮੱਚੀ ਹੋਈ ਹੈ। ਇਸ ਕਰਕੇ ਅਸੀਂ ਦਿਨੇ ਮਸਾਲਾਂ ਬਾਲ ਕੇ ਤੁਰ ਰਹੇ ਹਾਂ ਵੀ ਹਨੇਰਗਰਦੀ ਮੱਚੀ ਹੋਈ ਹੈ ਇਹਦੇ ਰਾਜ ਦੇ ਵਿੱਚ। ਪਹਿਲਾਂ ਪੰਚਮ ਪਾਤਸ਼ਾਹ ਜੀ ਨੂੰ ਤੱਤੀ ਲੋਹ 'ਤੇ ਬਿਠਾ ਕਰਕੇ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਗਿਆ। ਤਾਂ ਬਾਬਾ ਬੁੱਢਾ ਸਾਹਿਬ ਜੀ ਦੇ ਯਤਨਾਂ ਦੇ ਨਾਲ ਸੰਗਤ ਵੱਡੇ ਰੋਸ ਦੇ ਵਿੱਚ ਗਵਾਲੀਅਰ ਪਹੁੰਚੀ, ਕਿਲ੍ਹੇ ਦੀਆਂ ਪਰਿਕਰਮਾ ਕੀਤੀਆਂ। ਦਰੋਗੇ ਨੂੰ ਮਿਲ ਕੇ ਬਾਬਾ ਬੁੱਢਾ ਸਾਹਿਬ ਜੀ ਅੰਦਰ ਗਏ। ਸਤਿਗੁਰੂ ਜੀ ਦੇ ਦਰਸ਼ਨ ਹੋਏ। 5 ਸਿੱਖਾਂ ਦੇ ਨਾਲ ਗੱਲਬਾਤ ਹੋਈ ਅਤੇ ਭਾਈ ਜੇਠਾ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਕਿ ਬਾਬਾ ਜੀ, ਅਸੀਂ ਕੋਈ ਯਤਨ ਕਰਨਾ ਚਾਹੁੰਦੇ ਹਾਂ, ਪਰ ਗੁਰੂ ਸਾਹਿਬ ਜੀ ਦੀ ਆਗਿਆ ਵਿੱਚ ਵੀ ਰਹਿਣਾ ਹੈ। ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਭਾਈ ਜੇਠਾ ਜੀ ਨੂੰ ਵੀ ਤੁਸੀਂ ਯਤਨ ਕਰੋ ਕੋਈ। ਅਤੇ ਬਾਬਾ ਜੀ ਨੇ ਆਖਿਆ, ਭਾਈ ਜੇਠਾ ਜੀ ਨੇ, ਕਿ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਸਤਿਗੁਰੂ ਜੀ ਨੇ ਕੋਈ ਵਚਨ ਕੀਤਾ ਤਾਂ ਉਹ ਫਿਰ ਤੁਸੀਂ ਜ਼ਿੰਮੇਵਾਰੀ ਲੈਣੀ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ, ਮੈਨੂੰ ਮਾਤਾ ਜੀ ਨੇ ਆਖਿਆ ਤੁਸੀਂ ਸਤਿਗੁਰੂ ਜੀ ਨੂੰ ਕਿਲ੍ਹੇ 'ਚੋਂ ਲੈ ਕੇ ਆਓ ਬਾਹਰ, ਕਿਵੇਂ ਵੀ ਲੈ ਕੇ ਆਓ, ਇਸ ਕਰਕੇ ਤੁਸੀਂ ਯਤਨ ਕਰੋ। ਇਤਿਹਾਸ ਕਹਿੰਦਾ ਹੈ ਫਿਰ ਭਾਈ ਜੇਠਾ ਜੀ ਸਿੱਧਵਾਂ ਵਾਲੇ, ਉਹਨਾਂ ਨੇ ਫਿਰ ਗੁਰੂ ਕੀ ਬਖਸ਼ਿਸ਼ ਦੇ ਨਾਲ, ਗੁਰੂ ਕੀ ਬਖਸ਼ੀ ਤਾਕਤ ਦੇ ਨਾਲ ਰਾਤ ਦੇ ਮੌਕੇ 'ਤੇ ਜਦੋਂ 40 ਦਿਨਾਂ ਤੋਂ ਉੱਪਰ ਦਿਨ ਹੋ ਗਏ ਸਨ ਅਤੇ ਦਿੱਲੀ ਜਹਾਂਗੀਰ ਬਾਦਸ਼ਾਹ ਦੀ ਛਾਤੀ 'ਤੇ ਜਾ ਕੇ ਚੜ੍ਹੇ ਸ਼ੇਰ ਦੇ ਰੂਪ ਵਿੱਚ। ਆਖਿਆ, ਬਾਦਸ਼ਾਹ ਤੂੰ 40 ਦਿਨਾਂ ਵਾਸਤੇ ਸਤਿਗੁਰਾਂ ਨੂੰ ਆਖਿਆ ਸੀ, 40 ਤੋਂ ਉੱਤੇ ਹੋ ਗਏ, ਤੂੰ ਸਤਿਗੁਰਾਂ ਨੂੰ ਕਿਲ੍ਹੇ ਤੋਂ ਬਾਹਰ ਕਿਉਂ ਨਹੀਂ ਲਿਆਉਂਦਾ? ਅਗਲੇ ਦਿਨ ਹੀ ਫਿਰ ਜਹਾਂਗੀਰ ਬਾਦਸ਼ਾਹ ਨੇ ਵਜ਼ੀਰ ਖਾਂ ਨੂੰ ਭੇਜਿਆ ਵੀ ਸਤਿਗੁਰਾਂ ਨੂੰ ਕਹੋ ਤੁਸੀਂ ਗਵਾਲੀਅਰ ਦੇ ਕਿਲ੍ਹੇ ਤੋਂ ਵਾਪਸ ਇੱਧਰ ਦਿੱਲੀ ਆ ਜਾਓ। ਜਦੋਂ ਸਤਿਗੁਰਾਂ ਅੱਗੇ ਵਜ਼ੀਰ ਖਾਂ ਨੇ ਜਾ ਕੇ ਬੇਨਤੀ ਕੀਤੀ, ਇਹ ਵਜ਼ੀਰ ਖਾਂ ਵੀ ਗੁਰੂ ਘਰ ਦਾ ਸ਼ਰਧਾਲੂ ਸੀ, ਇਹਦਾ ਜਲੋਧਰ ਦਾ ਰੋਗ ਕੱਟਿਆ ਸੀ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ। ਇਹ ਸੁਖਮਨੀ ਸਾਹਿਬ ਦੇ ਪਾਠ ਵੀ ਸੁਣਦਾ ਰਿਹਾ ਹੈ। ਜਦੋਂ ਸਤਿਗੁਰਾਂ ਨੂੰ ਬੇਨਤੀ ਕੀਤੀ, 52 ਰਾਜੇ ਮਹਾਰਾਜ ਦੀ ਸ਼ਰਨ ਪਏ ਵੀ ਸਤਿਗੁਰੂ ਮੀਰੀ ਪੀਰੀ ਦੇ ਮਾਲਕ, ਗਰੀਬ ਨਵਾਜ਼ ਤੁਸੀਂ ਗਵਾਲੀਅਰ ਦੇ ਕਿਲ੍ਹੇ 'ਚੋਂ ਚਲੇ ਜਾਓਗੇ ਅਤੇ ਸਾਡਾ ਕੀ ਬਣੇਗਾ?
ਜਿਸ ਦਿਨ ਦੇ ਆਪ ਕਿਲੇ ਵਿੱਚ ਆਏ ਹੋ, ਆਪ ਜੀ ਦੇ ਦਰਸ਼ਨ ਕਰਕੇ, ਅੰਮ੍ਰਿਤ ਬਚਨ ਸੁਣ ਕੇ, ਬਾਣੀ ਸੁਣ ਕੇ, ਤੇ ਸਾਨੂੰ ਬੜਾ ਵੱਡਾ ਹੌਸਲਾ ਮਿਲਿਆ ਵੀ ਸਾਡੀ ਵੀ ਬੰਦ ਖਲਾਸੀ ਹੋ ਜਾਵੇਗੀ, ਸਾਡੇ ਵੀ ਬੰਧਨ ਕੱਟੇ ਜਾਣਗੇ। ਮਹਾਰਾਜ ਤੁਸੀਂ ਇਕੱਲੇ ਨਾ ਜਾਓ, ਸਾਨੂੰ ਵੀ ਰਿਹਾ ਕਰਵਾਓ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ, ਵਜ਼ੀਰ ਖਾਂ ਜਾ ਕੇ ਜਹਾਂਗੀਰ ਬਾਦਸ਼ਾਹ ਨੂੰ ਕਹਿ ਦਿਓ ਵੀ ਜੇ 52 ਰਾਜਿਆਂ ਨੂੰ ਰਿਹਾ ਕਰਦਾ ਹੈ ਤਾਂ ਅਸੀਂ ਬਾਹਰ ਆਵਾਂਗੇ, ਨਹੀਂ ਤੇ ਅਸੀਂ ਵੀ ਕਿਲੇ ਵਿੱਚ ਬੈਠੇ ਹਾਂ। ਵਜ਼ੀਰ ਖਾਂ ਨੇ ਆ ਕੇ ਦੱਸਿਆ। ਬਾਦਸ਼ਾਹ ਨੇ ਸੋਚਿਆ ਵਿਚਾਰਿਆ। ਬਾਦਸ਼ਾਹ ਨੇ ਆਪਣੀ ਚਾਲ ਚੱਲੀ ਰਾਜਨੀਤੀ ਵਾਲੀ। ਵਜ਼ੀਰ ਖਾਂ ਨੂੰ ਆਖਿਆ ਵੀ ਸਤਿਗੁਰਾਂ ਨੂੰ ਜਾ ਕੇ ਕਹੋ ਵੀ ਜਿੰਨੇ ਕੈਦੀ ਰਾਜੇ ਤੁਹਾਡਾ ਪੱਲਾ ਫੜ ਕੇ ਆ ਜਾਣ ਬਾਹਰ, ਉਹਨਿਆਂ ਨੂੰ ਮੈਂ ਰਿਹਾ ਕੀਤਾ। ਜਦੋਂ ਵਜ਼ੀਰ ਖਾਂ ਨੇ ਜਾ ਕੇ ਆਖਿਆ ਤੇ ਸਤਿਗੁਰੂ ਸਾਹਿਬ ਜੀ ਨੇ 50 ਕਲੀਆਂ ਵਾਲਾ ਫਿਰ ਚੋਲਾ ਸਮਾ ਕੇ ਪਾਇਆ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ 50 ਕਲੀਆਂ ਲਿਖੀਆਂ। 52 ਤਾਂ ਬਣਦੀਆਂ, ਅਗਲੇ ਪਾਸੇ ਜਿਹੜਾ ਬਟਨਾਂ ਦੇ ਹੇਠਾਂ ਜੋ ਇੱਕ ਬੰਦ ਲੜੀ ਬੰਨ੍ਹੀ ਜਾਂਦੀ ਹੈ ਨਾ, ਤਣੀਆਂ ਬੰਨ੍ਹੀਆਂ ਜਾਂਦੀਆਂ ਦੋ, ਉਹ 2 ਤਣੀਆਂ ਵਿੱਚ ਗਿਣੀਆਂ ਜਾਣ ਤਾਂ 52 ਗਿਣਤੀ ਬਣਦੀ ਹੈ। ਜਦੋਂ 50 ਰਾਜਿਆਂ ਨੇ ਮਹਾਰਾਜ ਦਾ ਪੱਲਾ ਫੜਿਆ, 2 ਰਹਿ ਗਏ ਸਨ। 2 ਰਹੇ ਤਣੀਆਂ ਸੇ ਕੈਦੋਂ ਹੀ 52 ਕੱਢੇ, ਸਤਿਗੁਰ ਬੰਦੀ ਛੋੜ ਨਾਮ ਧਰਵਾਇਆ। ਤੇ ਅਗਲੇ ਪਾਸੇ ਦੋਵੇਂ ਤਣੀਆਂ ਮਹਾਰਾਜ ਨੇ ਖੋਲ੍ਹ ਕੇ ਦੋਵਾਂ ਰਾਜਿਆਂ ਨੂੰ ਉਹ 2 ਤਣੀਆਂ ਫੜਾ ਦਿੱਤੀਆਂ। 52 ਰਾਜਿਆਂ ਨੂੰ ਮਹਾਰਾਜ ਨੇ ਕਿਲੇ ਤੋਂ ਬਾਹਰ ਲਿਆਂਦਾ। ਜਦੋਂ ਵੱਡੇ ਦਰਵਾਜ਼ੇ ਤੋਂ ਕਿਲੇ ਤੋਂ ਬਾਹਰ ਆਏ, ਰਾਜਿਆਂ ਦੀ ਹਾਲਤ ਕੈਸੀ ਸੀ। ਉਹਨਾਂ ਨੇ ਹੱਥਾਂ ਵਿੱਚ ਹੱਥ ਘੜੀਆਂ, ਪੈਰਾਂ 'ਚ ਬੇੜੀਆਂ, ਗਲੇ 'ਚ ਤੌਕ, ਮੋਟੇ ਮੋਟੇ ਸੰਗਲ ਪਏ ਹੋਏ ਸਨ। ਸਰੀਰ 'ਤੇ ਚਮ ਜੂਆਂ ਵੀ ਉਹਨਾਂ ਦੇ ਪਈਆਂ ਸੀ, ਕੇਸਾਂ ਵਿੱਚ ਜੂਆਂ ਵੀ ਪਈਆਂ ਹੋਈਆਂ ਸੀ। ਕਈ ਸਾਲ ਲੰਘ ਗਏ ਸਨ ਉਹਨਾਂ ਨੂੰ ਇਸ ਹਾਲਤ ਵਿੱਚ। ਫਿਰ ਲੁਹਾਰਾਂ ਤੋਂ ਉਹਨਾਂ ਦੀਆਂ ਹੱਥ ਘੜੀਆਂ, ਬੇੜੀਆਂ ਕਟਵਾਈਆਂ, ਸੰਗਲ ਕਟਵਾਏ, ਉਹਨਾਂ ਦੀ ਬੰਦ ਖਲਾਸੀ ਕੀਤੀ। ਤੇ ਵਜ਼ੀਰ ਖਾਂ ਦੇ ਨਾਲ 52 ਰਾਜਿਆਂ ਨੂੰ ਮਹਾਰਾਜ ਨੇ ਦਿੱਲੀ ਨੂੰ ਭੇਜਿਆ। ਆਪ ਸਤਿਗੁਰੂ ਜੀ ਘੋੜੇ 'ਤੇ ਸਵਾਰ ਹੋ ਕੇ 5 ਸਿੱਖਾਂ ਦੇ ਨਾਲ, ਭਾਈ ਜੇਠਾ ਜੀ, ਭਾਈ ਬਿਧੀ ਚੰਦ ਆਦਿਕ ਸਿੱਖਾਂ ਦੇ ਨਾਲ ਦਿੱਲੀ ਆਏ। ਜਹਾਂਗੀਰ ਬਾਦਸ਼ਾਹ ਨਾਲ ਮਿਲਾਪ ਹੁੰਦਾ ਹੈ ਔਰ ਉਸ ਮੌਕੇ 'ਤੇ ਗਰੀਬ ਨਵਾਜ਼ ਨੇ ਜਹਾਂਗੀਰ ਬਾਦਸ਼ਾਹ ਨੂੰ ਕਹਿ ਕੇ 52 ਰਾਜਿਆਂ ਦੇ ਰਾਜ ਭਾਗ ਵੀ ਵਾਪਸ ਦਿਵਾਏ। ਉਹਨਾਂ ਨੂੰ ਸਿਰੋਂ ਪਾਓ ਦੇ ਕੇ ਮਾਣ ਸਨਮਾਨ ਦੇ ਨਾਲ ਉਹਨਾਂ ਦੇ ਘਰਾਂ ਨੂੰ ਭੇਜਿਆ। ਪਾਤਸ਼ਾਹ ਮਿਲ ਕਰ ਗੁਰਾਂ ਨੂੰ ਆਨੰਦ ਹੋਇਆ, ਰਾਜਿਆਂ ਦੇ ਤਾਈਂ ਦੇਸ਼ ਰਾਜ ਹੈ ਦਿਵਾਇਆ। ਹੋਏ ਬਿਦਾ ਸਿਰੋਂ ਪਾਓ ਲੈ ਕਰ ਸ਼ਾਹ ਪਾਸੋਂ, ਰਾਜਿਆਂ ਦੇ ਤਾਈਂ ਦੇਸ਼ ਰਾਜ ਹੈ ਦਿਵਾਇਆ। ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਉਹ ਰਾਜੇ ਆਪੋ ਆਪਣੇ ਘਰਾਂ ਵਿੱਚ ਜਾ ਕੇ ਰਾਣੀਆਂ ਨੂੰ ਮਿਲੇ, ਆਪਣੇ ਧੀਆਂ ਪੁੱਤਰਾਂ ਨੂੰ ਮਿਲੇ ਔਰ ਆਪਣੀ ਪ੍ਰਜਾ ਨੂੰ ਮਿਲੇ ਤੇ ਰਾਜ ਭਾਗ ਕਰਨ ਲੱਗੇ। ਜਿਹੜੇ ਰਾਜੇ ਇਹ 22 ਧਾਰ ਦੇ ਰਾਜੇ, ਕੁਝ ਇਹਨਾਂ ਦੇ ਵਡੇਰੇ ਸਨ, ਰਾਜਪੂਤ ਰਾਜੇ। ਤੋ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਬੰਧਨ ਕੱਟੇ ਗਏ। ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਕੀਤਾ ਜਾ ਕੇ ਆਪਣੀ ਪ੍ਰਜਾ ਦੇ ਵਿੱਚ ਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੰਦੀ ਛੋੜ ਦਾਤੇ ਨੇ ਸਾਡੇ ਬੰਧਨ ਕੱਟੇ। ਉਹਨਾਂ ਦੇ ਘਰਾਂ ਵਿੱਚ, ਰਾਜ ਮਹਿਲਾਂ ਵਿੱਚ ਵੀ ਖੁਸ਼ੀਆਂ ਫੈਲ ਗਈਆਂ, ਦੀਵਾਲੀਆਂ ਮਨਾਈਆਂ ਗਈਆਂ। ਸਾਰਿਆਂ ਨੇ ਦੀਵਾਲੀ ਮਨਾਈ, ਆਪੋ ਆਪਣੇ ਘਰਾਂ ਵਿੱਚ ਖੁਸ਼ੀਆਂ ਮਨਾਈਆਂ। ਤੋ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ, ਫਿਰ ਜਹਾਂਗੀਰ ਬਾਦਸ਼ਾਹ ਨਾਲ ਗੱਲਬਾਤ ਹੁੰਦੀ ਹੈ ਤੇ ਸਾਰਾ ਦੋਸ਼ ਜਿਹੜਾ ਹੈ ਉਹ ਚੰਦੂ ਦੇ ਮੜ ਕੇ ਤੇ ਜਹਾਂਗੀਰ ਬਾਦਸ਼ਾਹ ਆਪ ਮੁੱਕਰ ਜਾਂਦਾ, ਪਾਸੇ ਹੋ ਜਾਂਦਾ ਹੈ। ਸਤਿਗੁਰੂ ਸਾਹਿਬ ਜੀ ਸਿੱਖਾਂ ਨੂੰ ਵਚਨ ਕਰਦੇ ਆ ਵੀ ਚੰਦੂ ਦੇ ਨੱਕ 'ਚ ਨਕੇਲ ਪਾਈ ਜਾਵੇ। ਭਾਈ ਜੇਠਾ ਜੀ, ਬਾਬਾ ਬਿਧੀ ਚੰਦ ਆਦਿਕ ਸਿੱਖਾਂ ਨੇ ਚੰਦੂ ਪਾਪੀ ਦੇ ਨੱਕ ਵਿੱਚ ਨਕੇਲ ਪਾਈ। ਗੁਰੂ ਕੀ ਆਗਿਆ ਦੇ ਨਾਲ ਦਿੱਲੀ ਦੀਆਂ ਗਲੀਆਂ ਵਿੱਚ ਫੇਰਿਆ ਗਿਆ, ਸਿਰ ਵਿੱਚ ਜੁੱਤੀਆਂ ਮਰਵਾਈਆਂ ਗਈਆਂ, ਕੁੱਤਿਆਂ ਨਾਲ ਬੰਨ੍ਹਿਆ ਗਿਆ। ਅੰਮ੍ਰਿਤਸਰ ਦੀਆਂ ਗਲੀਆਂ 'ਚ ਫਿਰ ਲਿਆ ਕੇ ਫੇਰਿਆ, ਲਾਹੌਰ ਦੀਆਂ ਗਲੀਆਂ 'ਚ ਫੇਰਿਆ। ਪਠਿਆਰੇ ਦਾ ਕੜਛਾ ਸਿਰ ਵਿੱਚ ਵੱਜਾ, ਜਿਹਦੇ ਤੋਂ ਕਦੀ ਪੰਚਮ ਪਾਤਸ਼ਾਹੀ ਦੇ ਸੀਸ 'ਚ ਰੇਤਾ ਪਵਾਇਆ ਸੀ, ਉਸੇ ਪਠਿਆਰੇ ਨੇ ਚੰਦੂ ਦੇ ਸਿਰ 'ਚ ਉਹੀ ਕੜਛਾ ਮਾਰਿਆ। ਸਿਰ ਦੀ ਮਿੱਝ ਨਿਕਲੀ ਤੇ ਪਾਪੀ ਨਰਕਾਂ ਨੂੰ ਗਿਆ। ਇਸ ਤਰ੍ਹਾਂ ਉਹਦੇ ਚੰਦੂ ਪਾਪੀ ਨੂੰ ਉਹਦੀ ਕੀਤੀ ਦਾ ਫਲ ਭੁਗਤਾ ਕੇ ਤੇ ਸਿੱਖਾਂ ਨਾਲ ਵਚਨ ਕੀਤਾ ਵੀ ਜਹਾਂਗੀਰ ਬਾਦਸ਼ਾਹ ਹੁਣ ਆਪਣੇ ਦੋਸ਼ ਤੋਂ ਮੁੱਕਰ ਗਿਆ ਹੈ। ਦਰਗਾਹ ਵਿੱਚ ਇਹਦੀ ਕੀਤੀ ਦਾ ਫਲ
ਇਹਨੂੰ ਭੁਗਤਾਇਆ ਜਾਵੇਗਾ। ਨੱਕ ਮੇ ਨਕੇਲ ਪਾਈ ਚੰਡਾਲਾਂ ਦੇ ਹੱਥ ਦੀਆ ਚੰਦੂ ਨੂੰ, ਗਲੀ ਗਲੀ ਫਿਰੇ ਦੋਸ਼ੀ ਗੁਰ ਕੋ ਸਵਾਇਆ, ਪੰਜ ਜੁੱਤੇ ਇੱਕ ਸਿੱਖ ਲਾਵੇ, ਇਹੋ ਹੁਕਮ ਹੈ ਕੁੱਤਿਆਂ ਦੇ ਨਾਲ ਵਿੱਚ ਠੀਕਰੇ ਖਵਾਇਆ। ਪਾਤਸ਼ਾਹ ਤਾਈਂ ਵਿੱਚ ਦੋਜਕ ਦੇ ਦੰਡ ਮਿਲੇ, ਇੱਥੇ ਗਿਆ ਮੁੱਕਰ ਜਿਨ ਜ਼ੁਲਮ ਕਰਾਇਆ। ਇਹ ਬਚਨ ਕਹੇ ਮਹਾਰਾਜ ਨੇ। ਅਤੇ ਇਸ ਤਰ੍ਹਾਂ ਚੰਦੂ ਨੂੰ ਉਹਦੀ ਕੀਤੀ ਦਾ ਫਲ ਭੁਗਤਾਇਆ ਅਤੇ ਬਾਦਸ਼ਾਹ ਨੂੰ ਮਹਾਰਾਜ ਕਹਿੰਦੇ ਦਰਗਾਹ ਵਿੱਚ ਦੋਜਕ ਵਿੱਚ ਦੰਡ ਮਿਲੇਗਾ। ਤੋ ਗਰੀਬ ਨਵਾਜ਼ ਸਾਹਿਬ ਅੰਮ੍ਰਿਤਸਰ ਸਾਹਿਬ ਪਹੁੰਚੇ। ਦੀਵਾਲੀ ਦਾ ਦਿਨ ਆਇਆ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਕਹਿਣ 'ਤੇ ਸਿੱਖ ਸੰਗਤਾਂ ਨੇ ਘਿਓ ਦੇ ਦੀਵੇ ਬਾਲੇ। ਇਸ ਤਰ੍ਹਾਂ ਦੀਵਾਲੀ ਵਾਲੇ ਦਿਨ ਫਿਰ ਬੰਦੀ ਛੋੜ ਦਿਵਸ ਮਨਾਇਆ ਗਿਆ। ਉਸ ਤੋਂ ਬਾਅਦ ਸਿੱਖ ਪੰਥ ਨੇ ਇਸ ਦਿਹਾੜੇ ਨੂੰ ਬੰਦੀ ਛੋੜ ਦਿਵਸ ਨਾਮ ਦੇ ਕੇ ਹਰ ਸਾਲ ਦੀਵਾਲੀ ਵਾਲੇ ਦਿਨ ਮਨਾਇਆ ਜਾਂਦਾ ਹੈ। ਔਰ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਉਣ ਦੀ ਖੁਸ਼ੀ ਵਿੱਚ ਅੰਮ੍ਰਿਤਸਰ ਸਾਹਿਬ ਵਿੱਚ ਦਰਬਾਰ ਸਾਹਿਬ ਦੇ ਅੰਦਰ ਸਰੋਵਰ ਸਾਹਿਬ ਦੀਆਂ ਪਰਿਕਰਮਾ 'ਤੇ ਘਰ ਘਰ ਵਿੱਚ ਦੀਪਮਾਲਾ ਕੀਤੀ ਗਈ, ਘਿਓ ਦੇ ਦੀਵੇ ਬਾਲੇ ਗਏ, ਖੁਸ਼ੀਆਂ ਮਨਾਈਆਂ ਗਈਆਂ। ਸਿੱਖਾਂ ਵਾਸਤੇ ਸਭ ਤੋਂ ਵੱਡੀ ਖੁਸ਼ੀ ਇਹੀ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਹੋਏ। ਗੁਰੂ ਕਾ ਦਰਸ਼ਨ ਸਭ ਤੋਂ ਵੱਡਾ ਹੈ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਤਿਸ ਗੁਰ ਕਉ ਸਿਮਰਉ ਸਾਸ, ਸਾਸ ਗੁਰ ਮੇਰੇ ਪ੍ਰਾਣ, ਸਤਿਗੁਰ ਮੇਰੀ ਰਾਸ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਧੰਨ ਸੋ ਵੇਲਾ ਘੜੀ ਧੰਨ ਧੰਨ ਮੂਰਤ ਪਲਸਾਰ, ਧੰਨ ਸੋ ਦਿਨ ਸੋ ਸੰਜੋਗੜਾ ਜਿਤ ਡਿੱਠਾ ਗੁਰ ਦਰਸਾਰ। ਔਰ ਇਸ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਭਾਈ ਮਣੀ ਸਿੰਘ ਸਾਹਿਬ ਜੀ ਨੇ ਇਹ ਦੀਵਾਲੀ ਦਾ ਤਿਉਹਾਰ ਬੰਦੀ ਛੋੜ ਦਿਵਸ ਨੂੰ ਮਨਾਉਣ ਵਾਸਤੇ ਹੀ ਬਾਅਦ ਵਿੱਚ ਉਹਨਾਂ ਨੂੰ ਸ਼ਹੀਦੀ ਪ੍ਰਾਪਤ ਕਰਨੀ ਪਈ। ਉਹ ਕਹਿੰਦੇ ਸੀ ਵੀ 5000 ਰੁਪਈਆ ਭਰੋ। ਭਾਈ ਸਾਹਿਬ ਜੀ ਨੇ ਆਖਿਆ ਸੀ ਵੀ ਅਸੀਂ ਸਿੱਖ ਸੰਗਤਾਂ ਦਾ ਇਕੱਠ ਹੀ ਨਹੀਂ ਕੀਤਾ ਹੈ, ਕਿਉਂਕਿ ਲਾਹੌਰ ਦੇ ਸੂਬੇ ਦੀ ਨੀਤ ਬਦਲ ਗਈ ਸੀ ਵੀ ਸਿੱਖਾਂ ਨੂੰ ਇੱਥੇ ਕਤਲ ਕਰ ਦਿੱਤਾ ਜਾਵੇ। ਤਾਂ ਛੋਟੇ ਰੂਪ ਦੇ ਵਿੱਚ ਇਹ ਦਿਹਾੜਾ ਮਨਾਇਆ ਗਿਆ ਸੀ ਉਸ ਵੇਲੇ। ਤੋ ਭਾਈ ਸਾਹਿਬ ਜੀ ਨੇ ਫਿਰ ਬੰਦ ਕਟਾ ਕੇ ਸ਼ਹਾਦਤ ਪ੍ਰਾਪਤ ਕੀਤੀ ਸੀ। ਉਹ ਵੀ ਇਸੇ ਦਿਹਾੜੇ ਨੂੰ ਮਨਾਉਣ ਕਰਕੇ ਹੀ ਭਾਈ ਮਣੀ ਸਿੰਘ ਜੀ ਦੀ ਸ਼ਹੀਦੀ ਹੋਈ ਸੀ। ਤੋ ਹਰ ਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਦੀਵਾਲੀ ਦਾ ਦਿਹਾੜਾ ਬੰਦੀ ਛੋੜ ਦਿਵਸ ਦੇ ਨਾਮ ਦੇ ਨਾਲ ਮਨਾਇਆ ਜਾਂਦਾ ਹੈ। ਔਰ ਗੁਰੂ ਸਾਹਿਬਾਂ ਨੇ ਦਸਮ ਪਾਤਸ਼ਾਹ ਨੇ ਵੀ ਜੋ ਸਿੱਖ ਸੰਗਤਾਂ ਨੂੰ ਹੁਕਮਨਾਮੇ ਲਿਖੇ, ਉਹਦੇ ਵਿੱਚ ਹੁਕਮਨਾਮੇ 'ਚ ਵੀ ਬਚਨ ਆਉਂਦਾ ਹੈ। ਕਈਆਂ ਸੰਗਤਾਂ ਨੂੰ ਦੀਵਾਲੀ ਵਾਲੇ ਦਿਨ ਮਹਾਰਾਜ ਨੇ ਆਪਣੇ ਪਾਸ ਬੁਲਾਇਆ ਸੀ ਅਤੇ ਹੁਕਮਨਾਮਿਆਂ 'ਚ ਲਿਖਿਆ ਸੀ ਵੀ ਦੀਵਾਲੀ ਵਾਲੇ ਦਿਨ ਆਵਣਾ। ਤੋ ਇਹ ਦੀਵਾਲੀ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਗੁਰੂ ਘਰ ਵਿੱਚ ਮਨਾਈ ਜਾਂਦੀ ਹੈ। ਜਿੱਥੇ ਬਾਹਰ ਚਾਨਣਾ ਕੀਤਾ ਜਾਂਦਾ, ਦੀਵੇ ਬਾਲੇ ਜਾਂਦੇ ਹਨ, ਉੱਥੇ ਸਤਿਗੁਰੂ ਜੀ ਨੇ ਗੁਰਬਾਣੀ ਦਾ ਦੀਵਾ ਬਖਸ਼ਿਆ ਹੈ। ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਗੁਰੂ ਸਾਹਿਬ ਨੇ ਆਖਿਆ ਸ਼ਬਦ ਦਾ ਦੀਵਾ ਹਿਰਦੇ ਵਿੱਚ ਬਲੇ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਵੀ ਸਾਡੇ ਹਿਰਦੇ ਵਿੱਚ ਗੁਰੂ ਕਾ ਸ਼ਬਦ ਦਾ ਦੀਵਾ ਬਲ ਜਾਵੇ। ਜਿਵੇਂ ਬਾਹਰ ਚਾਨਣਾ, ਇਸੇ ਤਰ੍ਹਾਂ ਹਿਰਦੇ ਵਿੱਚ ਵੀ ਚਾਨਣਾ ਹੋਵੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੰਧਨ ਕੱਟ ਦੇਣ, ਜੰਮਣ ਮਰਨ ਦੇ ਬੰਧਨ ਕੱਟਣ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਉਡੀਣਾ। ਮਹਾਰਾਜ ਬੰਧਨ ਕੱਟ ਕੇ ਜੀਵਨ ਮੁਕਤੀ ਦੇਣ, ਆਪਣੀ ਅਭੇਦਤਾ ਦੇਣ। ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।